ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਵਾਰ ਸ਼ਬਦ ਤੀਜੇ ਸ਼ਬਦ ਦੀ ਵਾਰੀ ਹੈ ਜੀ। ਵਾਰ ਮਾਜ ਕੀ ਤਥਾ ਸਲੋਕ ਮਹੱਲਾ ਪਹਿਲਾ। ਮਲਕ ਮੁਰੀਦ ਤਥਾ ਚੰਦ ਰਹਿੜਾ, ਸੋਇਆ ਕੀ ਧੁਨੀ ਗਾਵਣੀ। ਏਕੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਸਲੋਕ ਮਹੱਲਾ ਦੂਜਾ। ਅੱਖੀ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ। ਪੈਰਾਂ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ। ਜੀਭੇ ਬਾਝੋਂ ਬੋਲਣਾ, ਇਉਂ ਜੀਵਤ ਮਰਨਾ। ਨਾਨਕ ਹੁਕਮ ਪਛਾਣ ਕੇ, ਤਿਉ ਖਸਮੇ ਮਿਲਣਾ। ਮਹੱਲਾ ਦੂਜਾ। ਦਿਸੇ ਸੁਣੀਏ ਜਾਣੀਏ, ਸਾਹ ਨ ਪਾਇਆ ਜਾਏ। ਰੂਹਲਾ ਟੁੰਡਾ ਅੰਧਲਾ, ਕਿਉਂ ਗੱਲੀ ਲੱਗੇ ਤਾਏ। ਪੈ ਕੇ ਚਰਨ ਕਰ ਭਾਵ ਕੇ, ਲੋਇਣ ਸੁਰਤ ਕਰੇ। ਨਾਨਕ ਕਹੇ ਸਿਆਣੀਏ, ਇਵ ਕੰਤ ਮਿਲਾਵਾ ਹੋਏ। ਪੌੜੀ। ਸਦਾ ਸਦਾ ਤੂੰ ਏਕ ਹੈ, ਤੁਧ ਦੂਜਾ ਖੇਲ ਰਚਾਇਆ। ਹਉਮੈ ਗਰਭ ਅਪਾਇ ਕੇ, ਲੋਭ ਅੰਤਰ ਜਨਤਾ ਪਾਇਆ। ਜਿਉ ਭਾਵੇਂ ਤਿਉ ਰੱਖ ਤੂੰ, ਸਭ ਕਰੇ ਤੇਰਾ ਕਰਾਇਆ। ਇਕ ਨਾ ਬਖਸ਼ੋ ਮੇਲ ਲੈ, ਗੁਰਮਤੀ ਤੁਧੇ ਲਾਇਆ। ਇਕ ਖੜੇ ਕਰੇ ਤੇਰੀ ਚਾਕਰੀ, ਵਿਣ ਨਾਵੇਂ ਹੋਰ ਨ ਪਾਇਆ। ਹੋਰ ਕਾਰ ਵਿਕਾਰ ਹੈ, ਇਕ ਸੱਚੀ ਕਾਰੇ ਲਾਇਆ। ਪੂਤ ਕੁਲਤ ਕੁਟੰਬ ਹੈ, ਇਕ ਅਲਪਤ ਰਹੇ ਜੋ ਤੁਧ ਪਾਇਆ। ਉਹ ਅੰਦਰੋਂ ਬਾਹਰੋਂ ਨਿਰਮਲੇ, ਸੱਚੇ ਨਾਏ ਸਮਾਇਆ। ਪੂਤ ਕੁਲਤ ਕੁਟੰਬ ਹੈ, ਇਕ ਅਲਪਤ ਰਹੇ ਜੋ ਤੁਧ ਪਾਇਆ। ਉਹ ਅੰਦਰੋਂ ਬਾਹਰੋਂ ਨਿਰਮਲੇ, ਸੱਚੇ ਨਾਏ ਸਮਾਇਆ। ਗੁਰੂ ਜੀ ਕਹਿੰਦੇ ਹਨ, ਇਸ ਸ਼ਬਦ ਵਿੱਚ ਗੁਰੂ ਜੀ ਸਵਾਲ ਕਰਕੇ ਦੱਸਦੇ ਹਨ ਕਿ ਜੋ ਦਿਸਦਾ ਹੈ, ਜੋ ਸੁਣੀਦਾ ਹੈ, ਜੋ ਜਾਣੀਦਾ ਹੈ, ਜੋ ਜੀਭ ਪਾਸੋਂ ਉਸਦਾ ਸਵਾਦ ਆਨੰਦ ਨਹੀਂ ਪਾਇਆ ਜਾ ਸਕਦਾ, ਕਿਉਂਕਿ ਇਹ ਪਿੰਗਲਾ ਟੁੰਡਾ ਅਤੇ ਅੰਧਾ ਜੀਵ ਹੈ। ਉਸ ਜੀਵ ਨੂੰ ਕਿਸ ਤਰ੍ਹਾਂ ਦੌੜ ਕੇ ਉਸ ਵਾਹਿਗੁਰੂ ਦੇ ਗਲ ਨਾਲ ਲੱਗ ਕੇ ਮਿਲੇ। ਫਿਰ ਗੁਰੂ ਜੀ ਉੱਤਰ ਵਿੱਚ ਕਹਿੰਦੇ ਹਨ ਕਿ ਤੂੰ ਸੁਣ, ਰੱਬੀ ਡਰ ਦੇ ਚਰਨ ਬਣਾ। ਹੱਥ ਪ੍ਰੇਮ ਦੇ ਬਣਾ, ਅੱਖਾਂ ਗਿਆਨ ਦੀਆਂ ਕਰ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਸਿਆਣੀਏ, ਇਸ ਤਰ੍ਹਾਂ ਉਸ ਪਤੀ ਰੂਪ ਪਰਮਾਤਮਾ ਦਾ ਮੇਲ ਹੋ ਸਕਦਾ ਹੈ ਜੀ। ਭਾਵ ਉਹ ਹਰ ਨਾਲ ਜੁੜ ਸਕੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਸਦਾ ਸਦਾ ਭਾਵ ਹਰ ਸਮੇਂ ਤੂੰ ਇੱਕ ਆਪ ਹੀ ਹੈ। ਤੂੰ ਆਪ ਹੀ ਦੂਜਾ ਖੇਲ ਭਾਵ ਜਗਤ ਤਮਾਸ਼ਾ ਰਚਾਇਆ ਹੋਇਆ ਹੈ। ਹਉਮੈ ਅਹੰਕਾਰ ਪੈਦਾ ਕਰਕੇ ਜੀਆਂ ਦੇ ਅੰਦਰ ਲੋਭ ਪਾ ਦਿੱਤਾ ਹੈ ਜੀ। ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਤੂੰ ਇਹਨਾਂ ਨੂੰ ਰੱਖ ਲੈ, ਕਿਉਂਕਿ ਸਭ ਕੋਈ ਤੇਰਾ ਕਰਾਇਆ ਹੀ ਕੰਮ ਕਰ ਰਿਹਾ ਹੈ ਜੀ। ਕਈ ਜੀਆਂ ਨੂੰ ਤੂੰ ਆਪੇ ਬਖਸ਼ ਲੈਂਦਾ ਹੈ ਜੀ, ਅਤੇ ਆਪਣੇ ਨਾਲ ਮੇਲ ਲੈਂਦਾ ਹੈ ਜੀ। ਉਹਨਾਂ ਨੂੰ ਗੁਰੂ ਦੀ ਮੱਤ ਵਿੱਚ ਤੁਧ ਆਪ ਹੀ ਲਾਇਆ ਹੈ। ਕਈ ਜੀਵ ਤੇਰੀ ਹਜ਼ੂਰੀ ਵਿੱਚ ਖੜੇ ਹਨ ਜੀ, ਅਤੇ ਤੇਰੀ ਚਾਕਰੀ ਕਰ ਰਹੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹਨਾਂ ਨੂੰ ਤੇਰੇ ਗੁਰਸ਼ਬਦ, ਗੁਰਬਾਣੀ ਦੀ ਓਟ ਲੈ ਕੇ
ਉਸ ਕਰਤਾ ਪੁਰਖ ਦੇ ਹੁਕਮ ਨੂੰ ਸਮਝ ਲਿਆ ਹੈ ਅਤੇ ਉਹ ਨਾਮ ਤੋਂ ਬਿਨਾਂ ਹੋਰ ਕੁਝ ਕਰਨਾ ਚੰਗਾ ਨਹੀਂ ਸਮਝਦੇ ਜੀ। ਕਈਆਂ ਜੀਆਂ ਨੂੰ ਤੂੰ ਅਜਿਹੀ ਸੱਚੀ ਕਾਰ ਬੰਦਗੀ ਵਿੱਚ ਲਾਇਆ ਹੋਇਆ ਹੈ ਜੀ, ਭਾਵ ਹੋਰ ਧੰਦਾ ਕਰਨਾ ਉਹਨਾਂ ਨੂੰ ਵਿਅਰਥ ਕਾਰ ਪਾਸਦੀ ਹੈ ਜੀ। ਭਾਵ ਜਿਹੜੇ ਗੁਰਮੁਖ ਇਹ ਸਮਝ ਲੈਂਦੇ ਹਨ ਕਿ ਸੱਚੀ ਕਾਰ ਉਸ ਸੱਚ ਹਰ ਮੂਲ ਨਾਲ ਜੁੜਨਾ ਹੈ, ਪਰਮਾਤਮਾ ਦੇ ਭਾਣੇ ਨੂੰ, ਹੁਕਮ ਨੂੰ ਸਮਝਣਾ ਹੈ ਅਤੇ ਮਾਇਆਵੀ ਵਿਕਾਰਾਂ 'ਤੇ ਕੰਟਰੋਲ ਪਾ ਕੇ ਉਹਨਾਂ ਨੂੰ ਖਤਮ ਕਰਨਾ ਹੈ, ਉਹ ਹੀ ਉਸ ਕਾਰ ਨੂੰ ਕਰਦੇ ਹਨ ਜੀ। ਕਈ ਜੀਵ ਜੋ ਤੈਨੂੰ ਚੰਗੇ ਲੱਗ ਗਏ ਹਨ, ਉਹ ਪੁੱਤਰ, ਇਸਤਰੀ ਤੇ ਪਰਿਵਾਰ ਜੋ ਤੇਰਾ ਬਣਾਇਆ ਹੋਇਆ ਹੈ, ਉਸ ਵਿਚਰਦੇ ਹੋਏ ਨਿਰਲੇਪ ਰਹਿ ਰਹੇ ਹਨ ਜੀ। ਭਾਵ ਉਹ ਗੁਰਮੁਖ ਹਰ ਹਾਲ ਵਿੱਚ ਤੇਰੇ ਨਾਲ, ਹਰ ਨਾਲ ਜੁੜ ਗਏ ਹਨ ਜੀ। ਉਹ ਅੰਦਰੋਂ ਬਾਹਰੋਂ ਹੋਣ ਦੀ ਮੈਲ ਤੋਂ ਰਹਿਤ ਹਨ ਜੀ ਅਤੇ ਸੱਚੇ ਨਾਮ ਵਿੱਚ ਸਮਾਏ ਹੋਏ ਹਨ ਜੀ। ਇਸ ਦਾ ਸਾਰ ਇਸ ਤਰ੍ਹਾਂ ਕਰੀਏ ਕਿ ਅੱਖਾਂ ਤੋਂ ਬਿਨਾਂ ਵੇਖਿਆ ਜਾ ਸਕਦਾ ਹੈ, ਕੰਨਾਂ ਤੋਂ ਬਿਨਾਂ ਸੁਣਿਆ ਜਾ ਸਕਦਾ ਹੈ, ਪੈਰਾਂ ਤੋਂ ਬਿਨਾਂ ਟੁਰਿਆ ਜਾ ਸਕਦਾ ਹੈ, ਜੀਭ ਤੋਂ ਬਿਨਾਂ ਬੋਲਿਆ ਜਾ ਸਕਦਾ ਹੈ। ਜੇ ਅਗਿਆਸੂ ਲਈ ਇਹ ਬੁਝਾਰਤ ਹੈ ਜੀ, ਜਿਸ ਨੂੰ ਬੁੱਝਣ ਦੀ ਲੋੜ ਹੈ ਜੀ। ਅੱਖਾਂ ਦਾ ਕੰਮ ਹੈ ਵੇਖਣਾ, ਪਰ ਦ੍ਰਿਸ਼ਟ ਵਿਕਾਰੀ ਬੰਧਨ ਬਾਂਧੇ ਵਾਲੀ ਕਰਨੀ ਤੋਂ ਮੁਕਤ ਹੋਵੇ। ਇਸ ਦੀਆਂ ਅੱਖਾਂ 'ਚੋਂ ਦੂਈ ਵਿਕਾਰ ਨਿਕਲ ਜਾਏ, ਕੇਵਲ ਬ੍ਰਹਮ ਹੀ ਨਜ਼ਰ ਆਵੇ। ਅਜਿਹਾ ਵੇਖਣਾ ਹੀ ਅੱਖਾਂ ਬਾਝੋਂ ਵੇਖਣਾ ਕਿਹਾ ਗਿਆ ਹੈ ਜੀ। ਉਸ ਹਰ ਨੂੰ ਅੰਦਰ ਦੀਆਂ ਅੱਖਾਂ ਨਾਲ ਸਮਝਣਾ ਹੈ ਜੀ। ਇਸੇ ਤਰ੍ਹਾਂ ਗੁਰਬਾਣੀ ਵਿੱਚ ਕੰਨਾਂ ਨੂੰ ਸਖਤਾ ਦੇ ਵਸਈ ਗੀਤਾਂ ਦੀਆਂ ਧੁਨੀਆਂ ਤੋਂ ਵਰਜ ਕੇ ਰੱਖਣਾ, ਕੇਵਲ ਵਾਹਿਗੁਰੂ ਦੀ ਧੁਨੀ ਨੂੰ ਅੰਤਰ ਆਤਮੇ ਸੁਣਨਾ ਹੈ ਜੀ। ਇਹ ਵਿਣ ਕੰਨਾਂ ਸੁਣਨਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਦ੍ਰਿਸ਼ਟਮਾਨ ਸੰਸਾਰ ਵਿੱਚ ਪੈਰਾਂ ਤੋਂ ਬਿਨਾਂ ਚੱਲਣਾ ਸੰਭਵ ਨਹੀਂ, ਪਰ ਜਦੋਂ ਮਨ ਕਰ ਬੈਲ ਸੁਰਤ ਕਰ ਪੈਡਾ, ਗਿਆਨ ਗੌਨ ਪਰ ਟਾਰੀ ਵਾਲੀ ਅਵਸਥਾ ਹੋ ਜਾਂਦੀ ਹੈ, ਤਾਂ ਪਗਾ ਬਿਨ ਹੁਰੀਆ ਮਰਤਾ ਦੀ ਸੋਝੀ ਆ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗਿਆਨ ਦੇ ਸੰਦਰਭ ਵਿੱਚ ਹੱਥਾਂ ਤੋਂ ਬਿਨਾਂ ਵੀ ਕੰਮ ਕੀਤਾ ਜਾ ਸਕਦਾ ਹੈ। ਉਹ ਇਸ ਤਰ੍ਹਾਂ ਕਿ ਹੱਥ ਆਪਣੇ ਸਮਝ ਕੇ ਨਹੀਂ, ਕਰਤਾਰ ਦੇ ਜਾਣ ਕੇ ਸੱਚੀ ਕਾਰ ਵਿੱਚ ਲੱਗੇ ਹੋਏ ਹਨ ਜੀ। ਸੋ ਇਹ ਕਿਰਿਆ ਵਿਣ ਹੱਥਾਂ ਕਰਨਾ ਦੀ ਪ੍ਰਤੀਕ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਨਿਰਣਾ ਕੀਤਾ ਹੈ ਕਿ ਸਾਰੀ ਸ੍ਰਿਸ਼ਟੀ ਦਾ ਮਾਲਕ ਵਾਹਿਗੁਰੂ ਆਪ ਹੈ। ਜੋ ਕੁਝ ਹੋ ਰਿਹਾ ਹੈ ਉਸਦਾ ਕਰਤਾ ਧਰਤਾ ਉਹ ਆਪ ਹੀ ਹੈ ਜੀ। ਅਜਿਹੀ ਬਿਰਤੀ ਵਾਲੇ ਗੁਰਮੁਖਾਂ ਨੂੰ ਉਸ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੁਝ ਨਹੀਂ ਸਿਖਾਉਂਦਾ ਜੀ। ਸੋ ਅਖੀਰ ਵਿੱਚ ਇਸ ਦਾ ਤੱਤ ਇਹ ਹੈ ਕਿ ਪਹਿਲੇ ਸ਼ਲੋਕ ਵਿੱਚ ਦੱਸਿਆ ਹੈ ਕਿ ਪਰਮੇਸ਼ਰ ਦਾ ਹੁਕਮ ਮੰਨਣ ਵਾਲਾ ਵਿਅਕਤੀ ਜਿਉਂਦੇ ਜੀ ਹਉਮੈ ਨੂੰ ਮਾਰ ਕੇ ਉਸ ਹਰ ਨਾਲ ਜੁੜੇ, ਫਿਰ ਉਹ ਭਵ ਸਾਗਰ ਤੋਂ ਤਰ ਜਾਂਦਾ ਹੈ ਜੀ। ਭਾਵ ਆਪਣੇ ਮੂਲ ਹਰੀ ਨਾਲ ਜੁੜ ਜਾਂਦਾ ਹੈ ਜੀ। ਦੂਜੇ ਅਨੁਸਾਰ ਪਰਮੇਸ਼ਰ ਨੂੰ ਮਿਲਣ ਲਈ ਸ਼ੁਭ ਆਚਾਰਾਂ ਦੀ ਲੋੜ ਹੈ। ਉਸ ਤੋਂ ਬਿਨਾਂ ਸੰਸਾਰ ਤੋਂ ਪਾਰ ਉਤਾਰਾ ਸੰਭਵ ਨਹੀਂ ਹੋ ਸਕਦਾ ਜੀ। ਭਾਵ ਸ਼ੁਭ ਵਿਚਾਰਾਂ ਦਾ ਭਾਵ
ਕਿ ਮਾਇਆਵੀ ਵਿਕਾਰਾਂ ਨੂੰ ਨੇੜੇ ਨਹੀਂ ਆਉਣ ਦੇਣਾ ਅਤੇ ਉਸ ਗੁਰਸ਼ਬਦ ਗੁਰਬਾਣੀ ਨੂੰ ਸਮਝ ਕੇ ਉਸ 'ਤੇ ਚੱਲਣਾ ਹੈ ਜੀ। ਸੋ ਪੌੜੀ ਵਿੱਚ ਦੱਸਿਆ ਹੈ ਕਿ ਪਰਮਾਤਮਾ ਸਦਾ ਇੱਕ ਹੈ। ਮਾਇਆਵੀ ਪ੍ਰਪੰਚ ਉਸਦਾ ਆਪਣਾ ਕੀਤਾ ਹੋਇਆ ਹੈ। ਸਭ ਨੂੰ ਉਸਨੇ ਕੰਮ ਕਾਰ ਲਗਾਇਆ ਹੋਇਆ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰਮੁਖ ਇਹ ਉਪਰਾਲਾ ਕਰੇ, ਗੁਰਸ਼ਬਦ ਗੁਰਬਾਣੀ ਦੀ ਓਟ ਲੈ ਕੇ ਮਾਇਆਵੀ ਵਿਕਾਰ ਖਤਮ ਕਰੇ, ਗੁਰੂ ਦੇ ਪਰਮਾਤਮਾ ਦੇ ਪਰਮੇਸ਼ਰ ਦੇ ਹੁਕਮ ਨੂੰ ਪਹਿਚਾਣੇ। ਫਿਰ ਜਿਸ ਉੱਤੇ ਸਤਿਗੁਰੂ ਮਿਹਰ ਕਰਦਾ ਹੈ ਉਹ ਨਾਮ ਸਿਮਰਨ ਦੁਆਰਾ ਨਿਰਮਲ ਸਰੂਪ ਵਾਲਾ ਹੋ ਜਾਂਦਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।